ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਸ਼ਾਮ ਦੇ ਤਕਰੀਬਨ 6:30 ਪੌਣੇ 7 ਦਾ ਸਮਾਂ ਜਦੋਂ ਅਸੀਂ ਇਹ ਖਬਰ ਰਿਕਾਰਡ ਕਰ ਰਹੇ ਹਾਂ, ਕਵਰ ਕਰ ਰਹੇ ਹਾਂ ਔਰ ਲੰਬਾ ਜਾਮ ਫਲੋਰੋਂ ਲੈ ਕੇ ਲਾਡੋਵਾਲ ਟੋਲ ਪਲਾਜ਼ਾ ਤੱਕ ਲਾਡੋਵਾਲ ਤੱਕ ਲੰਬਾ ਜਾਮ ਤੁਹਾਨੂੰ ਦੇਖਣ ਨੂੰ ਮਿਲੂਗਾ। ਕਾਰਨ ਹੈ ਕਿ ਕੰਸਟਰਕਸ਼ਨ ਚੱਲ ਰਹੀ ਹੈ ਪੁਲ ਦੇ ਉੱਤੇ ਔਰ ਤੁਹਾਨੂੰ ਚਾਰ ਚੁਫੇਰੇ ਦੀਆਂ ਤਸਵੀਰਾਂ ਦਿਖਾਵਾਂਗੇ ਔਰ ਇਹ ਵੀ ਐਕਸਪੋਜ਼ ਕਰਾਂਗੇ ਕਿ ਕਿਵੇਂ NHAI ਦੀਆਂ ਗਲਤੀਆਂ ਕਰਕੇ ਲੋਕਾਂ ਨੂੰ ਮੁਸੀਬਤ ਝੱਲਣੀ ਪੈਂਦੀ ਹੈ। ਹਾਲਾਂਕਿ ਅੱਜ ਸਵੇਰੇ ਕਿਸਾਨਾਂ ਵੱਲੋਂ 2 ਘੰਟੇ ਦੀ ਕਾਲ ਦਿੱਤੀ ਗਈ ਸੀ, ਪਰ ਇਸ ਜਗ੍ਹਾ ਤੇ 40 ਮਿੰਟਾਂ ਬਾਅਦ ਕਿਸਾਨਾਂ ਨੇ ਟ੍ਰੈਫਿਕ ਜਾਮ ਦੇਖਦੇ ਐਂਬੂਲੈਂਸਸ ਫਸੀਆਂ ਦੇਖ ਕੇ ਆਪਦਾ ਧਰਨਾ ਲਿਫਟ ਕਰ ਦਿੱਤਾ ਸੀ ਕਿ ਐਂਬੂਲੈਂਸਸ ਨੂੰ ਅਸੀਂ ਕੱਢ ਦੇਣਾ ਹੈ, ਅਸੀਂ ਐਂਬੂਲੈਂਸਸ ਫਸੀਆਂ ਨਹੀਂ ਰਹਿਣ ਦੇਣੀਆਂ ਕਿਉਂਕਿ ਲੰਬਾ ਜਾਮ ਸੀ। ਪਰ ਹੁਣ ਕਿਉਂ ਜਾਮ ਹੈ ਦੱਸ ਦਿੰਨੇ ਆ। ਹੁਣ ਕਿਸਾਨਾਂ ਕਰਕੇ ਨਹੀਂ ਹੈ ਜਾਮ, ਤਾਂ ਇਹ ਕਲੀਅਰ ਕਰ ਦਈਏ ਤੁਹਾਨੂੰ। ਇਸ ਜਾਮ ਦੀ ਵਜ੍ਹਾ ਹੈ ਕਿ NHAI ਦੇ ਵੱਲੋਂ ਜੋ ਪੁਲ ਦੀ ਮੁਰੰਮਤ ਚੱਲ ਰਹੀ ਹੈ ਉਸ ਦੀਆਂ ਤਸਵੀਰਾਂ ਦਿਖਾਉਣੇ ਆ। ਦੂਜੇ ਪਾਸੇ ਵੱਡੀ ਗਿਣਤੀ 'ਚ ਟ੍ਰੈਫਿਕ ਜਿਹੜਾ ਇਹ ਲੁਧਿਆਣੇ ਵਾਲਾ ਪਾਸਾ ਹੈ, ਲੁਧਿਆਣੇ ਵਾਲੇ ਪਾਸਿਓਂ ਲੋਕ ਇਸ ਰੋਡ ਤੋਂ ਆ ਰਹੇ ਨੇ ਔਰ ਦੂਜਾ ਪਾਸਾ ਜਿਹੜਾ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਵਾਂ, ਦੂਜਾ ਪਾਸਾ ਜਿੱਥੋਂ ਕੰਸਟਰਕਸ਼ਨ ਚੱਲ ਰਹੀ ਹੈ ਇਹ ਹੈ ਜਦੋਂ ਤੁਸੀਂ ਜਲੰਧਰ ਤੋਂ, ਫਗਵਾੜੇ ਤੋਂ, ਫਲੌਰ ਤੋਂ ਸਤਲੁਜ ਦੇ ਪੁਲ ਤੇ ਆਉਂਦੇ ਹੋ ਤਾਂ ਇਹ ਸਤਲੁਜ ਦਾ ਉਹ ਪੁਲ ਹੈ। ਤਾਂ ਇਹਦੇ ਬਾਰੇ ਫੈਕਟਸ ਪ੍ਰਮੋਦ ਕੌਸ਼ਲ ਮੇਰੇ ਸਹਿਯੋਗੀ ਨੇ ਹੁਣੇ ਸਾਂਝੇ ਕੀਤੇ ਆ ਮੇਰੇ ਨਾਲ ਕਿ ਤਕਰੀਬਨ 4-5 ਸਾਲ ਪਹਿਲਾਂ ਇਸੇ ਪੁਲ ਦੇ ਉੱਤੇ, ਇਸੇ ਜਗ੍ਹਾ ਦੇ ਉੱਤੇ ਜਿੱਥੇ ਇਹ ਕੰਸਟਰਕਸ਼ਨ ਹੁਣ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਔਰ ਜਿਹੜਾ ਫੁੱਟਪਾਥ ਹੈ ਸਾਈਡ ਵਾਲਾ, ਇਸ ਫੁੱਟਪਾਥ ਦੇ ਉੱਤੇ ਫਗਵਾੜੇ ਦੇ ਇੱਕ ਪਰਿਵਾਰ ਦਾ 11 ਸਾਲਾ ਬੱਚਾ ਮਾੜੀ ਖਸਤਾ ਹਾਲਤ ਹੋਣ ਕਰਕੇ ਉਹ ਸਤਲੁਜ 'ਚ ਡਿੱਗ ਪਿਆ ਸੀ, ਉਸ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ ਸੀ NHAI ਦੇ ਖਿਲਾਫ। ਤੇ ਫਿਰ 3.5 ਸਾਲ ਪਹਿਲਾਂ ਤਕਰੀਬਨ 3.5 ਸਾਲ ਪਹਿਲਾਂ ਇਸੇ ਪੁਲ ਦਾ ਜਿਹੜਾ ਕਰੋੜਾਂ ਰੁਪਈਆ ਲਾ ਕੇ ਇਹਦੀ ਮੁਰੰਮਤ ਕੀਤੀ ਗਈ ਸੀ। ਇਹ ਉਹ ਪੁਲ ਹੈ। ਇਸ ਪੁਲ ਦੀ ਇੱਕ ਵਾਰ ਫਿਰ ਮੁਰੰਮਤ ਚੱਲ ਰਹੀ ਹੈ। ਹੁਣ ਇਸ ਮੁਰੰਮਤ ਕਰਕੇ 3.5 ਕਰੋੜ ਜਿਹੜਾ ਲਾਇਆ, 3.5 ਸਾਲ ਪਹਿਲਾਂ ਕਰੋੜਾਂ ਰੁਪਈਆ ਲਾ ਕੇ ਜਿਹੜੀ ਮੁਰੰਮਤ ਹੋਈ ਸੀ ਤਾਂ 3.5 ਸਾਲ ਵੀ ਨਹੀਂ ਕੱਟ ਸਕਿਆ ਉਹ ਪੁਲ। ਹੁਣ ਉਸ ਦੀ ਦੁਬਾਰਾ ਮੁਰੰਮਤ ਕੀਤੀ ਜਾ ਰਹੀ ਹੈ। ਸਾਡਾ ਵੱਡਾ ਸਵਾਲ ਹੈ ਕਿ NHAI ਇਸ ਗੱਲ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਕਿ ਆਖਰ 2-2, 3-3 ਸਾਲਾਂ ਬਾਅਦ ਇਹ ਪੁਲ ਕਿਉਂ ਰਿਪੇਅਰ ਕਰਨੇ ਪੈਂਦੇ ਹੈ? ਕਿ ਮਾੜਾ ਮਟੀਰੀਅਲ ਯੂਜ਼ ਕੀਤਾ ਜਾਂਦਾ ਹੈ? ਕਿ ਕੋਈ ਇਸ ਬਾਰੇ ਜਾਂਚ ਨਹੀਂ ਹੁੰਦੀ ਕਿ ਆਖਰ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ? ਹਾਲਾਂਕਿ ਵਧੀਆ ਗੱਲ ਹੈ, ਰਿਪੇਅਰ ਹੋ ਰਹੀ ਹੈ ਤਾਂ ਚੰਗੀ ਗੱਲ ਹੈ, ਪਰ 3.5 ਸਾਲ ਪਹਿਲਾਂ ਰਿਪੇਅਰ ਹੋਈ, ਦੁਬਾਰਾ ਹੁਣੇ ਰਿਪੇਅਰ ਕੀਤੀ ਜਾ ਰਹੀ ਹੈ, ਜਿਸ ਦੀ ਵਜ੍ਹਾ ਇਹ ਹੈ, ਜਿਸ ਦੀ ਵਜ੍ਹਾ ਕਰਕੇ ਇਹ ਲੰਬਾ ਜਾਮ ਹੈ। ਇਹ ਕਲੀਅਰ ਕਰਦੀ ਹੈ ਕਿ ਕਿਸਾਨਾਂ ਕਰਕੇ ਨਹੀਂ ਹੈ। ਤਾਂ ਇਹ ਤਸਵੀਰ ਦੇਖੋ ਕਿ ਹੁਣ ਇਸ ਜਗ੍ਹਾ ਦੇ ਇੱਥੋਂ ਸਿਰਫ ਇੱਕ ਗੱਡੀ ਇੱਕ ਟਾਈਮ ਤੇ ਲੰਘ ਸਕਦੀ ਹੈ। ਇਹਦਾ ਕਾਰਨ ਇਹ ਬਣਿਆ ਕਿ ਪਿੱਛੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਊਗੀ ਅਸੀਂ ਅੱਗੇ ਜਾ ਕੇ ਕੋਸ਼ਿਸ਼ ਕਰਕੇ ਤੁਹਾਨੂੰ ਦਿਖਾਵਾਂਗੇ ਕਿ ਇਹ ਜਾਮ, ਵੱਡਾ ਜਾਮ ਜਿਹੜਾ ਪਿੱਛੇ ਲੱਗਿਆ ਹੋਇਆ। ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਅੱਗੇ ਆ ਕੇ ਜ਼ਰੂਰ ਇਸ ਜਾਮ ਦੀਆਂ ਦਿਖਾਉਣ ਔਰ ਇਸ ਜਗ੍ਹਾ ਤੋਂ, ਕਿਉਂਕਿ ਇੱਕ ਗੱਡੀ ਇੱਕ ਟਾਈਮ ਤੇ ਲੰਘ ਪਾ ਰਹੀ ਹੈ। ਤਾਂ ਇਸ ਵੇਲੇ ਹੈਵੀ ਵਹੀਕਲਸ ਜਿਹੜੇ ਹੁੰਦੇ ਆ ਉਹ ਐਂਟਰ ਕਰਦੇ ਆ ਲੁਧਿਆਣੇ ਵੱਲ ਔਰ ਇਹ ਨੈਸ਼ਨਲ ਹਾਈਵੇ ਹੈ, ਦਿੱਲੀ ਤੱਕ ਨੂੰ ਲੋਕ ਇੱਥੋਂ ਜਾਂਦੇ ਆ। ਤਾਂ ਇਹ ਬਹੁਤ ਵੱਡਾ ਜਾਮ ਜਿਹੜਾ ਇੱਥੇ ਲੱਗਿਆ ਹੋਇਆ ਹੈ ਔਰ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਇਸ ਪਾਸੇ ਦੀਆਂ ਤਸਵੀਰਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਵੱਡਾ ਜਾਮ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ। ਰਿਪੇਅਰ ਹੋ ਰਹੀ ਹੈ ਤਾਂ ਉਸ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਊਗਾ, ਬੱਸਾਂ ਵਾਲੇ ਪਰੇਸ਼ਾਨ ਹੈ, ਸੀਟੀਆਂ ਮਾਰ ਰਹੇ ਹੈ ਔਰ ਦੇਖੋ ਤੁਸੀਂ ਕਿੰਨਾ ਕਿ ਬਾਈ ਜੀ ਕਦੋਂ ਤੋਂ ਜਾਮ 'ਚ ਹੈਗੇ ਹੋ ਤੁਸੀਂ? ਭਾਜੀ ਹੋ ਗਿਆ ਪੌਣਾ ਘੰਟਾ ਹੋ ਗਿਆ। ਤਾਂ ਤਕਰੀਬਨ ਪੌਣੇ ਘੰਟੇ ਤੋਂ ਇਹ ਸ਼ਖਸ ਕਹਿ ਰਹੇ ਆ ਕਿ ਅਸੀਂ ਇੱਥੇ ਫਸੇ ਹੋਏ ਹਾਂ ਔਰ ਹੁਣ ਬੜੀ ਮੁਸ਼ਕਲ ਦੇ ਨਾਲ ਇਹ ਨੇੜੇ ਪਹੁੰਚੇ ਨੇ। ਤਾਂ ਅੱਗੇ ਜਾ ਕੇ ਹਾਲਾਂਕਿ ਟੋਲ ਪਲਾਜ਼ਾ ਕਦੋਂ ਕਿਤੇ ਫਸੇ ਹੋ ਬਾਈ ਜੀ? 1 ਘੰਟਾ ਹੋ ਗਿਆ ਭਾਜੀ। 1 ਘੰਟਾ ਹੋ ਗਿਆ। ਕਿੰਨੀ ਕੁ ਦੂਰ ਪਿੱਛੇ ਤੱਕ ਹੈ ਜੀ? 4-5 ਕਿਲੋਮੀਟਰ ਦਾ। 4-5 ਕਿਲੋਮੀਟਰ ਦਾ। ਤਾਂ ਤਸਵੀਰਾਂ ਦੇਖੋ ਤੁਸੀਂ, ਕਦੋਂ ਕਿਤੇ ਫਸੇ ਹੋ ਬਾਈ ਜਾਮ 'ਚ? ਬਾਈ ਜੀ 2 ਘੰਟੇ ਹੋ ਗਏ, ਬੁਰਾ ਹਾਲ ਹੈ ਇੱਥੇ। ਬਹੁਤ ਮੌਸਮ ਵੀ ਚੇਂਜ ਹੈ, ਉੱਤੋਂ ਜ਼ੁਕਾਮ, ਬੁਖਾਰ, ਬਹੁਤ ਬੁਰਾ ਹਾਲ ਹੈ। ਜਾਣਾ ਕਿੱਥੇ ਹੈ? ਲੁਧਿਆਣੇ ਜਾ ਰਹੇ ਹੋ। ਤਾਂ 2 ਘੰਟੇ ਤੋਂ, ਕੋਈ 1 ਘੰਟੇ ਤੋਂ, ਕੋਈ 1.5 ਘੰਟੇ ਤੋਂ ਇਸ ਜਾਮ ਦੇ ਵਿੱਚ ਫਸਿਆ ਹੈ। ਤਾਂ ਇਹ ਹਾਲਾਤ ਹੈ। ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਉਂਦੇ ਰਹਿਣ। ਇਹ ਤਸਵੀਰਾਂ ਦੇਖਦੇ ਰਹੋ। ਕਦੋਂ ਕਿਤੇ ਫਸੇ ਹੋ ਬਾਈ ਜੀ? ਭਾਜੀ 1 ਘੰਟਾ ਹੋ ਗਿਆ। ਇਹ ਸਰਕਾਰ ਦੀ ਮਿਹਰਬਾਨੀ ਹੈ, ਟੋਲ ਜਿੰਨੇ ਮਰਜ਼ੀ ਲੈ ਲਓ। ਕਿੱਥੇ ਹੈ? ਮੇਨ ਲੁਧਿਆਣੇ ਜਾਣਾ, ਘੰਟਾ ਤਾਂ ਇੱਥੇ ਲੱਗ ਗਿਆ ਸਾਨੂੰ। ਕਿੱਥੋਂ ਆ ਰਹੇ ਹੋ? ਨਵਾਂ ਸ਼ਹਿਰ ਤੋਂ। ਨਵਾਂ ਸ਼ਹਿਰ ਤੋਂ। ਘੰਟਾ ਇੱਥੇ ਹੀ ਲੱਗ ਗਿਆ। ਅੱਗੇ ਬੰਦਾ ਕੀ ਕਰੂਗਾ ਦੱਸੋ? ਤਾਂ ਦੇਖੋ ਤੁਸੀਂ ਇਹ ਤਸਵੀਰਾਂ
ਲੋਕ ਜਿਹੜੇ ਪਰੇਸ਼ਾਨ ਇਸ ਕਰਕੇ, ਹਾਲਾਂਕਿ ਠੀਕ ਹੈ ਮੁਰੰਮਤ ਲਾਜ਼ਮੀ ਹੈ, ਪਰ ਦੱਸਿਆ ਜਿਵੇਂ ਅਸੀਂ 3.5 ਸਾਲ ਪਹਿਲਾਂ ਮੇਰੇ ਸਹਿਯੋਗੀ ਪ੍ਰਮੋਦ ਕੌਸ਼ਲ ਨੇ ਮੇਰੇ ਨਾਲ ਜਾਣਕਾਰੀ ਹੁਣੇ ਸਾਂਝੀ ਕੀਤੀ ਕਿ 3.5 ਸਾਲ ਪਹਿਲਾਂ ਉਹਨਾਂ ਨੇ ਇਸੇ ਟੋਲ ਪਲਾਜ਼ਾ ਤੇ ਪਹਿਲਾਂ ਜਿਹੜਾ ਇਹ ਪੁਲ ਹੈ ਸਤਲੁਜ ਦਾ, ਉਹਦੀ ਖਬਰ ਸਾਂਝੀ ਕੀਤੀ ਸੀ, ਖਬਰ ਨਸ਼ਰ ਕੀਤੀ ਗਈ ਸੀ। ਉਹ ਇਹ ਸੀ ਕਿ ਉਹਦੀ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਮੁਰੰਮਤ ਹੋਈ ਔਰ 3 ਸਾਲਾਂ ਬਾਅਦ ਦੁਬਾਰਾ ਲੋੜ ਪੈ ਜਾਂਦੀ ਹੈ। ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਰੇਸ਼ਾਨ ਹੋ ਰਹੇ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਤਸਵੀਰਾਂ ਤੁਹਾਨੂੰ ਲਗਾਤਾਰ ਇਹ ਦਿਖਾਉਣੇ ਆ। ਬਹੁਤ ਹੈਵੀ ਟ੍ਰੈਫਿਕ ਹੈ ਔਰ 4-5 ਕਿਲੋਮੀਟਰ ਲੰਬਾ ਪਿੱਛੇ ਜਾਮ ਦੱਸਿਆ ਜਾ ਰਿਹਾ ਹੈ ਔਰ ਟਰੱਕਾਂ ਦੀ ਵੱਡੀ ਗਿਣਤੀ ਹੈ, ਕਾਰਾਂ ਦੀ ਵੱਡੀ ਗਿਣਤੀ ਹੈ ਔਰ ਲੋਕ ਤਕਰੀਬਨ ਘੰਟੇ 2 ਘੰਟੇ ਤੋਂ ਇਸ ਜਾਮ 'ਚ ਫਸੇ ਨੇ। ਦੁਬਾਰਾ ਕਲੀਅਰ ਕਰ ਦਿਆਂ ਮੈਂ, ਇਹ ਕਿਸਾਨਾਂ ਕਰਕੇ ਨਹੀਂ ਹੈ। ਕਿਸਾਨਾਂ ਨੇ ਸਵੇਰੇ ਲਾਇਆ ਸੀਗਾ ਧਰਨਾ ਔਰ ਇਸ ਜਗ੍ਹਾ ਤੇ 40 ਮਿੰਟ ਬਾਅਦ ਧਰਨਾ ਚੱਕ ਦਿੱਤਾ ਸੀਗਾ ਕਿ ਐਂਬੂਲੈਂਸਸ ਪਿੱਛੇ ਫਸੀਆਂ ਔਰ 40 ਮਿੰਟ ਬਾਅਦ ਇਹ ਧਰਨਾ ਕਿਸਾਨਾਂ ਨੇ ਚੱਕ ਦਿੱਤਾ ਸੀ ਔਰ ਆਪਣਾ ਮੋਰਚਾ ਜਿਹੜਾ ਪਾਸੇ ਲਾਇਆ ਉੱਥੇ ਦੁਬਾਰਾ ਲਾਇਆ। ਬਾਈ ਜੀ ਕਦੋਂ ਕਦੇ ਫਸੇ ਹੋ ਜਾਮ 'ਚ? ਅੱਧਾ ਘੰਟਾ ਹੋ ਗਿਆ। ਅੱਧਾ ਘੰਟਾ ਹੋ ਗਿਆ। ਤਾਂ ਤੁਸੀਂ ਦੇਖੋ ਕਿਸੇ ਨੂੰ ਅੱਧਾ ਘੰਟਾ, ਕੋਈ ਘੰਟਾ ਕਹਿ ਰਿਹਾ, ਕੋਈ 2 ਘੰਟੇ ਕਹਿ ਰਿਹਾ ਔਰ ਲੋਕ ਜਿਹੜੇ ਆ ਫਸੇ ਆ। ਪਿੱਛੇ ਫਲੋਰ ਹੈ ਔਰ ਫਲੋਰ ਦਾ ਪੁਲ ਹੈ, ਨੇਕਡ ਆਈ ਨਾਲ ਮੈਂ ਦੇਖ ਪਾ ਰਿਹਾ ਬਹੁਤ ਦੂਰ ਤੱਕ, ਜਿੱਥੇ ਨਜ਼ਰ ਜਾਂਦੀ ਹੈ ਉੱਥੋਂ ਤੱਕ ਇਹ ਜਾਮ ਤੁਹਾਨੂੰ ਨਜ਼ਰ ਆਊਗਾ। ਤਸਵੀਰਾਂ ਜਿਹੜੀਆਂ ਨੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਨੇ। ਜੇਕਰ ਤੁਸੀਂ ਇੰਡੀਆ ਦਾ ਹਾਲ ਇੰਡੀਆ ਦਾ ਹਾਲ ਦਿਖਾ ਦਿਓ, ਮੋਦੀ ਸਾਹਿਬ ਨੂੰ ਦੱਸ ਦਿਓ ਆਹ ਕਸੂਰ ਆ ਕਿ ਤੁਹਾਡੇ ਰਾਜ 'ਚ। ਬਿਲਕੁਲ ਜੀ, ਬੜਾ ਕੋਈ ਬਹੁਤ। ਸੋ ਦੇਖੋ ਤੁਸੀਂ ਲੋਕਾਂ ਦਾ ਗੁੱਸਾ, ਇਹ ਪ੍ਰਧਾਨ ਮੰਤਰੀ ਮੋਦੀ ਤੇ ਵੀ ਗੁੱਸਾ ਹੈ ਜੋ ਕੱਢਦੇ ਨੇ ਔਰ ਇਹ ਤਸਵੀਰਾਂ ਬੱਸਾਂ ਫਸੀਆਂ ਹੋਈਆਂ, ਬਹੁਤ ਸਾਰੀਆਂ ਬੱਸਾਂ ਇਹਦੇ ਵਿੱਚ ਫਸੀਆਂ ਇਸ ਜਾਮ ਦੇ ਵਿੱਚ ਔਰ ਟਾਈਮ ਸਿਰ ਪਹੁੰਚਣਾ। ਬਾਈ ਜੀ ਕਦੋਂ ਕਦੇ ਫਸੇ ਹੋ? ਅੱਧਾ ਘੰਟਾ ਹੋ ਗਿਆ। ਅੱਧਾ ਘੰਟਾ ਹੋ ਗਿਆ। ਤੋ ਛੋਟੇ ਛੋਟੇ ਬੇਟਾ ਮੂੰਹ ਅੰਦਰ ਰੱਖਿਆ ਕਰੋ, ਬੱਸ ਤੋਂ ਬਾਹਰ ਨਹੀਂ ਕੱਢਣਾ ਵਿੰਡੋ ਤੋਂ। ਤਾਂ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੇ ਲੋਕ ਜਿਹੜੇ ਨੇ ਔਰ ਪਿੱਛੋਂ ਮੂਵ ਹੋਣਾ ਹੁਣ ਸ਼ੁਰੂ ਹੋ ਗਿਆ। ਕਾਰਾਂ ਜਿਹੜੀਆਂ ਨੇ ਉਹ ਰੋਂਗ ਸਾਈਡ ਕਾਰਾਂ ਪਾਣੀਆਂ ਲੋਕਾਂ ਨੇ ਸ਼ੁਰੂ ਕੀਤੀਆਂ। ਇਹ ਵੀ ਤਸਵੀਰ ਦਿਖਾਈ ਜਾਵੇ ਕਿ ਹਾਲਾਤ ਜਦੋਂ ਐਸੇ ਬਣੇ ਤਾਂ ਲੋਕ ਹੁਣ ਰੋਂਗ ਸਾਈਡ ਜਿਹੜੀਆਂ ਕਾਰਾਂ ਉੱਥੋਂ ਮੂਵ ਕਰਨੀਆਂ ਸ਼ੁਰੂ ਕੀਤੀਆਂ ਔਰ ਪਰਲੇ ਪਾਸੇ ਨੂੰ ਲੋਕ ਕਾਰਾਂ ਜਿਹੜੀਆਂ ਨੇ ਉਹ ਉਧਰਲੇ ਪਾਸੋਂ ਲਿਜਾ ਰਹੇ ਆ ਔਰ ਪੁਲਿਸ ਅਲਾਓ ਵੀ ਕਰ ਰਹੀ ਹੈ। ਇਸ ਤੋਂ ਪਹਿਲਾਂ ਦੀ ਤਸਵੀਰ ਵੀ ਸੀ, ਪੁਲਿਸ ਅਲਾਓ ਕਰ ਰਹੀ ਹੈ ਕਿ ਕਾਰਾਂ ਤੁਸੀਂ ਪਰਲੀ ਸਾਈਡ ਦੀ ਲੈ ਜਾਓ, ਰੋਂਗ ਸਾਈਡ ਹੈ ਜਿਹੜੀ ਉਸ ਪਾਸੋਂ ਔਰ ਹੈਵੀ ਟ੍ਰੈਫਿਕ ਜਿੰਨਾ ਰਹਿ ਜਾਂਦਾ ਹੈ, ਹੈਵੀ ਗੱਡੀਆਂ ਜਿਹੜੀਆਂ ਉਹ ਇਸੇ ਪਾਸੋਂ ਮੂਵ ਕੀਤੀਆਂ ਜਾ ਰਹੀਆਂ। ਲਾਡੋਵਾਲ ਟੋਲ ਪਲਾਜ਼ਾ ਦੀ ਇਹ ਤਸਵੀਰ ਹੈ, ਲਾਡੋਵਾਲ ਟੋਲ ਪਲਾਜ਼ਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਸਵੇਰ ਤੋਂ ਇੱਥੋਂ ਕਵਰੇਜ ਕਰ ਰਹੇ ਹਾਂ। ਬਾਈ ਜੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਆ ਦੇਖੋ ਹਾਲ ਸਰ ਟੂਲ ਟੈਕਸ ਦਾ ਜੀ, ਦੇਖੋ ਕੀ ਹਾਲ ਚਾਲ ਆ, ਬੁਰਾ ਹਾਲ ਆ। ਉਹ ਉਧਰ ਕਿੱਥੇ ਜਾਣਾ ਤੁਸੀਂ? ਅਸੀਂ ਪਟਿਆਲੇ ਜਾਣਾ, ਟਾਈਮ ਹੈ ਸੋਨਾ ਸਾਡੀ ਗੱਡੀ ਦਾ। ਬੱਸ ਤੇ ਬੱਸ ਹੈ ਤੁਹਾਡੀ? ਹਾਂਜੀ ਗੱਡੀ ਦਾ ਟਾਈਮ ਤਾਂ ਨਿਕਲ ਜਾਣਾ ਤੁਹਾਡਾ। ਹਾਂਜੀ ਦੱਸੋ ਹੁਣ ਕੀ ਕਰੀਏ। ਕਿੰਨੀ ਦੇਰ ਹੋ ਗਈ ਇੱਥੇ ਫਸਿਆ? ਘੰਟਾ 1 ਹੋ ਗਿਆ ਜੀ। 1 ਘੰਟਾ ਪੂਰਾ ਇੱਥੇ ਫਸਿਆ ਹੋ ਗਿਆ। ਹਾਂਜੀ ਔਰ ਚਲੋ ਅਜੇ ਤਾਂ ਕਿਸਾਨਾਂ ਕਰਕੇ ਨਹੀਂ ਲੈ ਰਹੇ, ਨਹੀਂ ਤਾਂ ਟੋਲ ਵੀ ਲੈਣਾ ਸੀ। ਹਾਂਜੀ ਹਾਂਜੀ। ਕਿੰਨਾ ਬੱਸ ਦਾ ਕਿੰਨਾ ਟੋਲ ਹੁੰਦਾ? ਪਤਾ ਨਹੀਂ ਭਾਈ, ਆਪਾਂ ਕਿਹੜਾ ਮਾਲਕ ਦਿੰਦੇ ਆਪਾਂ। ਅੱਛਾ, ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ। ਹਾਲਾਂਕਿ ਗੱਡੀਆਂ ਜਿਹੜੀਆਂ ਛੋਟੀਆਂ ਪੁਲਿਸ ਜਿਹੜੀ ਹੈ ਉਹ ਮੈਨੇਜ ਕਰ ਰਹੀ ਹੈ ਆਪਦੇ ਹਿਸਾਬ ਤੇ ਚੀਜ਼ਾਂ ਨੂੰ, ਜਿਹੜੀ ਰੋਂਗ ਸਾਈਡ ਪਾ ਰਹੇ ਆ ਬਹੁਤ ਸਾਰੇ ਲੋਕ ਤਾਂ ਕਿ ਕਾਰਾਂ ਜਿਹੜੀਆਂ ਇਸ ਪਾਸੋਂ ਕੱਢ ਦਿੱਤੀਆਂ ਜਾਣ ਔਰ ਹੈਵੀ ਟ੍ਰੈਫਿਕ ਜਿਹੜਾ ਵੱਡੀਆਂ ਗੱਡੀਆਂ ਨੇ ਉਹਨਾਂ ਨੂੰ ਇਸ ਪਾਸੋਂ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਲਾਡੋਵਾਲ ਟੋਲ ਪਲਾਜ਼ਾ ਦੀਆਂ ਤਸਵੀਰਾਂ ਲਗਾਤਾਰ ਇਹ ਤਸਵੀਰਾਂ ਦਿਖਾ ਰਹੇ ਹਾਂ। ਸ਼ਾਮ ਦਾ ਵੇਲਾ ਹੈ, ਇਹ ਸਵੇਰ ਦੀਆਂ ਤਸਵੀਰਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਇਹ ਸਮਝਣਗੇ ਕਿ ਸਵੇਰੇ ਸ਼ਾਇਦ ਜੋ ਕਿਸਾਨਾਂ ਨੇ ਧਰਨਾ ਲਾਇਆ ਸੀ ਉਹਦੇ ਕਰਕੇ ਤਾਂ ਟ੍ਰੈਫਿਕ ਨਹੀਂ ਹੋ ਗਿਆ ਸੀ। ਵਾਰ-ਵਾਰ ਇਹ ਗੱਲ ਕਲੀਅਰ ਕਰ ਰਹੇ ਹਾਂ, ਕੰਸਟਰਕਸ਼ਨ ਚੱਲ ਰਹੀ ਹੈ NHAI ਦੀ ਔਰ NHAI ਦੇ ਵੱਲੋਂ ਜੋ ਮੁਰੰਮਤ ਹੋ ਰਹੀ ਹੈ ਉਹਦੇ ਕਰਕੇ ਵੱਡਾ ਜਾਮ ਹੈ ਜਿਹੜਾ ਫਲੋਰ ਤੱਕ ਦੱਸਿਆ ਜਾ ਰਿਹਾ। ਪਿੱਛੇ ਦੇਖੋ ਤੁਸੀਂ ਪਰਿਵਾਰ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਆ ਔਰ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਹਾਲਾਂਕਿ ਪੁਲਿਸ ਦੇ ਵੱਲੋਂ ਕੰਟਰੋਲ ਜ਼ਰੂਰ ਕੀਤਾ ਜਾ ਰਿਹਾ ਪਰ ਹੈਵੀ ਟ੍ਰੈਫਿਕ ਜਿਹੜਾ ਇੱਥੇ ਜਾਮ ਜਿਹੜਾ ਹੈ। ਗੱਡੀ ਖਰਾਬ ਹੋਈ ਪਈ ਹੈ, ਤੇਲ ਖਤਮ ਹੋਇਆ ਗੱਡੀ ਦਾ। ਇਹਨਾਂ ਨੇ ਸਾਲਾ ਜਾਮ ਲਾਇਆ ਅੱਗੇ ਟੂਲ ਟੈਸਟ ਕਾਬੂ ਉੱਥੋਂ ਰਾਸਤੇ 'ਚੋਂ। ਬਹੁਤ ਹੀ ਘੰਟੇ 1.5 ਘੰਟੇ ਤੋਂ ਫਸੇ ਹੋਏ ਆ ਉਰੇ ਜਾਮ ਦੇ ਅੰਦਰ। तो बिल्कुल ये बहुत सारे लोगों की परेशानी रहूगी। असी नहीं चाहते कि लंबी गल करके असी होर इस विघन नूं वधाया जाए, लेकिन ये सवाल बहुत लाजमी ने कि आखिर इस गल का जो कंस्ट्रक्शन शुरू होंदी है तो थॉट क्यों नहीं दिते जाते। टोल इन्ने ले जाते, सब तो महंगा टोल प्लाजा है, सब तो महंगा टोल पंजाब दे विच इस जगह ते लिया जाता है। तकरीबन $250 रुपया टोल इत्थे लोग दिंदे ने। तो जे इन्ना टोल दिता जाता है तो प्लैनिंग भी होनी चाहिए है कि इन्ना ट्रैफिक हर रोज़
ਹਜ਼ਾਰਾਂ ਗੱਡੀ ਟੋਲ ਪਲਾਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਯਾਦ ਰੱਖਿਓ, ਟੋਲ ਪਲਾਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਸਰਵੇ ਕੀਤਾ ਜਾਂਦਾ ਕੰਪਨੀਆਂ ਵੱਲੋਂ ਕਿ ਕਿੰਨੇ ਲੋਕ, ਕਿੰਨੀਆਂ ਗੱਡੀਆਂ, ਕਿਹੜੀ ਗੱਡੀ, ਹੈਵੀ ਬੱਸਾਂ, ਕਾਰਾਂ, ਕਿੰਨੇ ਛੋਟੇ ਵਹੀਕਲ, ਇਹ ਸਾਰੇ ਸਰਵੇ ਕੀਤਾ ਜਾਂਦਾ ਕਿ ਕਿੰਨੀਆਂ ਗੱਡੀਆਂ ਇੱਥੋਂ ਨਿਕਲਣੀਆਂ। ਉਸ ਤੋਂ ਬਾਅਦ ਰੇਸ਼ੋ ਦੇ ਹਿਸਾਬ ਤੇ ਟੋਲ ਦਾ ਰੇਟ ਤੈਅ ਕਰਦੇ ਆ। ਤਾਂ ਹੁਣ ਜਦੋਂ ਰੋਕਣਾ ਸੀ ਜਾਂ ਬੰਦ ਕਰਨਾ ਸੀ ਜਾਂ ਇੱਕ ਸਾਈਡ ਨੂੰ ਮੁਰੰਮਤ ਹੋਣੀ ਸੀ ਤਾਂ ਫਿਰ ਉਦੋਂ ਅਨੁਮਾਨ ਕਿਉਂ ਨਹੀਂ ਲਾਏ ਜਾਂਦੇ ਕਿ ਇੰਨਾ ਟ੍ਰੈਫਿਕ ਕਿਵੇਂ ਲੰਘੂਗਾ। ਤਾਂ ਇਹ ਪਤਾ ਹੁੰਦਾ, ਇਹ ਪਤਾ ਹੁੰਦਾ ਕੰਪਨੀਆਂ ਨੂੰ, NHAI ਨੂੰ, ਪ੍ਰਸ਼ਾਸਨ ਨੂੰ। ਉਹ ਨਾਲ ਆਪਦੇ ਕੌਨਫੀਡੈਂਸ 'ਚ ਲੈ ਕੇ ਚੱਲਦੇ ਆ ਕਿ ਜੇ ਜਾਮ ਲੱਗਦਾ ਲੱਗੀ ਜਾਵੇ। ਜੇ ਇਹਦੇ ਵਿੱਚ ਐਂਬੂਲੈਂਸਸ ਵੀ, ਸਵੇਰੇ ਕਿਸਾਨਾਂ ਦੀ ਦਾਤ ਦੇਣੀ ਪਊਗੀ। ਕਿਸਾਨਾਂ ਨੇ ਐਂਬੂਲੈਂਸਾਂ ਦੇਖ ਕੇ ਆਪਦਾ ਧਰਨਾ ਚੱਕ ਲਿਆ ਸੀ। 40 ਮਿੰਟ ਬਾਅਦ ਜਦੋਂ ਪਤਾ ਲੱਗਿਆ 8-9 ਐਂਬੂਲੈਂਸਾਂ ਫਸੀਆਂ, ਕਿਸਾਨਾਂ ਨੇ ਆਪਦਾ ਧਰਨਾ ਚੱਕਿਆ ਉੱਥੋਂ ਨਾਲ ਦੀ ਨਾਲ, ਔਰ ਉਹ ਪਾਸੇ ਜਾ ਕੇ ਬੈਠ ਗਏ ਕਿ ਕਿਸੇ ਵੀ ਐਂਬੂਲੈਂਸ ਨੂੰ ਦਿੱਕਤ ਨਾ ਆਵੇ। ਐਂਬੂਲੈਂਸ ਰੋਕੀ ਨਹੀਂ ਜਾਊਗੀ, ਐਂਬੂਲੈਂਸ ਟਪਾਈ ਜਾਊਗੀ। ਔਰ ਤੁਸੀਂ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਦੇਖੋ, ਇਹ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਸਵੇਰ ਤੋਂ, ਹਾਲਾਂਕਿ, ਔਰ ਅਸੀਂ ਇਸ ਗੱਲ ਦੀ ਗਵਾਹੀ ਦੇ ਰਹੇ ਹਾਂ ਕਿ ਇਹ ਸਵੇਰ ਤੋਂ ਕੰਮ ਕਰ ਰਹੇ ਹੈ। ਪਰ ਸਵਾਲ ਇਹ ਹੈ ਕਿ ਬਹੁਤ ਸਾਰੇ ਲੋਕ ਵੱਖੋ ਵੱਖਰੇ ਕੰਮਾਂ ਨੂੰ ਨਿਕਲੇ, ਉਹ ਫਸਦੇ ਨੇ। ਤਾਂ ਜਦੋਂ ਕਿਸਾਨ ਧਰਨਾ ਲਾ ਲੈਂਦਾ ਉਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਜੀ ਪਤਾ ਨਹੀਂ ਲੱਗਿਆ, ਕਿਸਾਨਾਂ ਨੇ ਧਰਨਾ ਲਾਤਾ ਸੀਗਾ, ਇਸ ਕਰਕੇ ਅਸੀਂ ਲੇਟ ਹੋ ਗਏ ਹਾਂ, ਅਸੀਂ ਫਲਾਨੀ ਥਾਂ ਪਹੁੰਚਣਾ ਸੀਗਾ। ਹੁਣ ਜਦੋਂ ਪ੍ਰਸ਼ਾਸਨ ਇਸ ਤਰ੍ਹਾਂ ਕਰਦਾ ਔਰ ਉਹਨਾਂ ਦੀ ਗਲਤੀ ਕਰਕੇ ਇੰਨਾ ਵੱਡਾ ਜਾਮ ਲੱਗਿਆ ਤਾਂ ਕੋਈ ਪੁੱਛਣ ਵਾਲਾ ਨਹੀਂ ਹੈ, ਦੱਸਣ ਵਾਲਾ ਨਹੀਂ ਹੈ। ਉਦੋਂ ਇਹ ਕਹਿ ਦਿੱਤਾ ਜਾਂਦਾ ਸਾਡੇ ਮੁਲਕ ਦਾ ਤਾਂ ਹਾਲ ਇਹ ਹੈ। ਤਾਂ ਇਹ ਹੈਰਾਨੀ ਦੀ ਗੱਲ ਹੈ। ਹਾਲਾਂਕਿ ਕੁਝ ਬੱਸਾਂ ਵਾਲੇ ਕੋਸ਼ਿਸ਼ ਕਰ ਰਹੇ ਆ ਕਿ ਰੌਂਗ ਸਾਈਡ ਉਹ ਕੱਢਣ ਦੀ ਕੋਸ਼ਿਸ਼ ਕਰਨ, ਪਰ ਇਸ ਪੂਰੇ ਹਾਲਾਤ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੁੰਦੀ ਹੈ, ਨਹੀਂ ਤੈਅ ਹੁੰਦੀ। ਆਮ ਵਰਤਾਰਾ ਹੋ ਗਿਆ ਸਾਡੇ ਵਾਸਤੇ, ਇਹ ਆਮ ਗੱਲਾਂ ਹੋ ਗਈਆਂ। ਅਸੀਂ ਸੋਚਦੇ ਹਾਂ ਕਿ ਸਾਡੇ ਮੁਲਕ 'ਚ ਐਵੇਂ ਹੀ ਹੁੰਦਾ, ਚੀਜ਼ਾਂ ਐਵੇਂ ਹੀ ਚੱਲਦੀਆਂ, ਕੋਈ ਗੱਲ ਨਹੀਂ। 2 ਘੰਟੇ 3 ਘੰਟੇ ਖਰਾਬ ਹੋ ਗਏ ਤਾਂ ਹੋ ਗਏ। ਇਸ ਤਰ੍ਹਾਂ ਲੋਕ ਖੱਜਲ ਵੀ ਹੁੰਦੇ ਆ, ਪਰ ਕਰਨ ਨੂੰ, ਕਹਿਣ ਨੂੰ ਕਿਸੇ ਨੂੰ ਕੁਝ ਨਹੀਂ ਹੁੰਦਾ। ਕਿਉਂ ਨਾ ਇਸ ਗੱਲ ਦੇ ਉੱਤੇ ਸਵਾਲ ਖੜੇ ਕੀਤੇ ਜਾਣ। NHAI ਨੂੰ ਪੁੱਛਿਆ ਜਾਵੇ, ਹਜ਼ਾਰਾਂ ਕਰੋੜ ਰੁਪਇਆ ਟੋਲ ਦਾ ਲੈ ਲਿਆ ਜਾਂਦਾ ਪੂਰੇ ਮੁਲਕ ਦੇ ਵਿੱਚੋਂ। ਟੋਲਾਂ ਤੋਂ ਜੇ ਪੈਸੇ ਲੈ ਜਾਂਦੇ ਤਾਂ ਸਹੂਲਤਾਂ ਕਿਉਂ ਨਹੀਂ ਹੁੰਦੀਆਂ? ਗੱਡੀਆਂ ਖਰਾਬ ਹੋ ਜਾਂਦੀਆਂ ਵਿਚਾਲੇ, ਕੋਈ ਲਿਫਟ ਕਰਨ ਵਾਲਾ ਨਹੀਂ ਆਉਂਦਾ। ਗੱਡੀਆਂ ਦਾ ਜੇ ਤੇਲ ਖਤਮ ਹੋ ਗਿਆ, ਬਾਹਰਲੇ ਮੁਲਕਾਂ ਦੀ ਰੀਸ ਕਰਦੇ ਆ ਪ੍ਰਾਈਵੇਟ ਕੰਪਨੀਆਂ ਦੀਆਂ, ਤਾਂ ਬਾਹਰਲੇ ਮੁਲਕਾਂ ਦੇ ਵਿੱਚ ਸਹੂਲਤਾਂ ਵੀ ਮਿਲਦੀਆਂ। ਜੇ ਟੋਲ ਲੈਂਦੇ ਆ ਤਾਂ ਕੁਝ ਦੇਰ ਦੇ ਬਾਅਦ ਗੱਡੀ ਨੂੰ ਪਾਸੇ ਕਰਨ ਵਾਸਤੇ ਹੋਰ ਲਿਫਟਿੰਗ ਵੈਨਸ ਵੀ ਆ ਜਾਂਦੀਆਂ। ਇੱਥੇ ਨਹੀਂ ਹੈ। ਤਾਂ ਅੱਗੇ ਦੀਆਂ ਤਸਵੀਰਾਂ, ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਅੱਜ। ਬਹੁਤ ਲਾਜ਼ਮੀ ਨੇ ਇਹ ਤਸਵੀਰਾਂ ਦੇਖਣੀਆਂ। ਤੁਸੀਂ ਦੇਖੋ, ਪਰਿਵਾਰ ਨੇ, ਗੱਡੀਆਂ ਨੇ, ਟਰਾਂਸਪੋਰਟੇਸ਼ਨ ਹੈ, ਬੱਸਸ ਨੇ, ਹਰ ਤਰ੍ਹਾਂ ਦਾ ਵਹੀਕਲ ਹੈ। ਵਹੀਕਲ ਦਿਖਾਏ ਜਾਣ, ਤਸਵੀਰਾਂ ਦਿਖਾਈਆਂ ਜਾਣ। ਕੈਮਰਾਮੈਨ ਪਰਵਿੰਦਰ ਸਿੰਘ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਈਆਂ ਜਾਣ, ਤੁਹਾਡੇ ਤੱਕ ਲੈ ਕੇ ਆਉਣੇ ਤਸਵੀਰਾਂ। ਲਗਾਤਾਰ ਇਹ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਔਰ ਸਵਾਲ ਕਰਾਂਗੇ। NHAI ਤੇ ਪਰਚਾ ਦਰਜ ਹੋ ਚੁੱਕਿਆ। ਕੁਝ ਸਾਲ ਪਹਿਲਾਂ ਬੱਚਾ ਸਤਲੁਜ ਦਰਿਆ ਦੇ ਵਿੱਚ ਡਿੱਗ ਗਿਆ ਸੀ ਇਸੇ ਪੁਲ ਤੋਂ, ਔਰ ਫਿਰ ਪੁਲ ਦੀ ਮੁਰੰਮਤ ਕਰਾਈ ਗਈ। ਤਕਰੀਬਨ 3.5 ਪੌਣੇ 4 ਸਾਲ ਹੋਏ ਆ, ਔਰ ਹੁਣ ਫਿਰ ਪੁਲ ਜਿਹੜਾ ਹੈ ਉਹਦੀ ਮੁਰੰਮਤ ਦੁਬਾਰਾ ਕਰਾਈ ਜਾ ਰਹੀ ਹੈ। ਜਿੱਥੋਂ ਤੱਕ ਨਿਗਾਹ ਜਾਂਦੀ ਹੈ ਤੁਹਾਨੂੰ ਇਹ ਜਾਮ, ਇਹ ਟ੍ਰੈਫਿਕ ਨਜ਼ਰ ਆਊਗਾ। ਬਹੁਤ ਲੰਬਾ ਜਾਮ ਜਿਹੜਾ ਹੈ ਸਤਲੁਜ ਦਰਿਆ ਦੇ ਉੱਤੇ, ਦੁਆਬੇ ਤੇ ਮਾਲਵੇ ਨੂੰ ਜੋੜਦਾ ਇਹ ਸਤਲੁਜ ਦਰਿਆ ਦਾ ਇਹ ਪੁਲ ਹੈ ਜਿਹੜਾ, ਉਸ ਦੀ ਮੁਰੰਮਤ ਚੱਲ ਰਹੀ ਹੈ। ਮੋਟਰਸਾਈਕਲ ਵਾਲੇ ਵੀ, ਕੈਨੇਟਿਕ ਵਾਲੇ ਵੀ, ਬਹੁਤ ਸਾਰੇ ਲੋਕ ਇਹਦੇ ਤੁਹਾਨੂੰ ਨਜ਼ਰ ਆਉਣਗੇ। ਔਰ ਹੁਣ ਹੌਲੀ ਹੌਲੀ ਜਿਹੜਾ ਇਹ ਕੱਛੂ ਕੁੰਮੇ ਦੀ ਚਾਲ ਤੇ ਟ੍ਰੈਫਿਕ ਜਿਹੜਾ ਅੱਗੇ ਤੁਰਨਾ, ਅੱਗੇ ਮੂਵ ਹੋਣਾ ਸ਼ੁਰੂ ਹੋਇਆ। ਤਾਂ ਪਰੇਸ਼ਾਨੀ ਹੁੰਦੀ ਹੈ ਲੋਕ। ਅਸੀਂ ਕਈ ਵਾਰ ਇਹ ਸੋਚਦੇ ਹਾਂ ਕਿ ਫਿਰ ਕੀ ਹੋ ਗਿਆ ਜੇ ਹੋ ਗਿਆ ਤਾਂ। ਸਰ ਕਿੱਥੋਂ ਆ ਰਹੇ ਹੋ? ਮੈਂ ਹੁਸ਼ਿਆਰਪੁਰ ਤੋਂ ਜੀ। ਕਿੰਨੀ ਦੇਰ ਤੋਂ ਫਸੇ ਹੋ? ਲਗਭਗ ਸਵਾ ਘੰਟਾ ਹੋ ਗਿਆ ਜੀ। ਸਵਾ ਘੰਟਾ ਹੈ। ਪਰੇਸ਼ਾਨੀ ਹੈ, ਤੋਰ ਲਓ ਗੱਡੀ ਅੱਗੇ, ਮੈਨੂੰ ਲੱਗਦਾ। ਸੋ ਤੁਸੀਂ ਦੇਖ ਸਕਦੇ ਹੋ ਜੀ। ਕਦੋਂ ਦੇ ਫਸੇ ਹੋ? ਘੰਟਾ ਹੋ ਗਿਆ ਜੀ ਪੂਰਾ। ਅਸੀਂ ਕਈ ਵਾਰੀ ਇਹ ਕਹਿ ਕੇ ਸਾਰ ਦਿੰਦੇ ਆ ਵੀ ਸਾਡੇ ਦੇਸ਼ 'ਚ ਤਾਂ ਐਂ ਹੀ ਹੁੰਦਾ ਹੈ, ਇਹ ਤਾਂ ਹੁੰਦਾ ਹੀ ਰਹਿੰਦਾ ਹੈ। ਨਹੀਂ, ਪਰ ਨਹੀਂ ਲੱਗਦਾ ਸਵਾਲ ਹੋਣੇ ਚਾਹੀਦੇ ਆ? ਨਹੀਂ, ਸਵਾਲ ਬਿਲਕੁਲ ਹੋਣੇ ਚਾਹੀਦੇ ਜੀ। ਬਿਲਕੁਲ ਆ ਜਿਹੜਾ ਨੁਕਸਾਨ ਹੋ ਰਿਹਾ ਪਬਲਿਕ ਦਾ, ਮੈਨੂੰ 2 ਘੰਟੇ ਤੋਂ ਮੈਂ ਫਸਿਆ ਆ, ਹੋਣਾ ਚਾਹੀਦਾ ਬਿਲਕੁਲ। ਸੋ ਅਸੀਂ ਲਗਾਤਾਰ ਇਹ ਤਸਵੀਰਾਂ ਇਸ ਕਰਕੇ, ਆਰਮੀ ਦੀ ਗੱਡੀ ਹੈ, ਤੁਸੀਂ ਦੇਖੋ ਇਹ ਵੀ ਫਸੀ ਹੋਈ ਹੈ। ਤਾਂ ਹਰ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਜਿਹੜੀ ਹੈ ਐਟ ਹਾਲਟ ਹੋ ਜਾਂਦੀ ਹੈ। ਇਹ ਲੋਕ ਲੇਟ ਹੁੰਦੇ ਆ, ਤੇਲ ਵੱਧ ਖਰਚਿਆ ਜਾਂਦਾ ਹੈ ਜਦੋਂ ਇਸ ਤਰ੍ਹਾਂ ਦੇ ਜਾਮ ਲੱਗਦੇ ਆ। ਵੱਡੇ ਜਾਮ ਦੁਨੀਆ 'ਚ ਹਰ ਜਗ੍ਹਾ ਲੱਗਦੇ, ਇਹ ਨਹੀਂ ਹੈ ਕਿ ਜਾਮ ਇਕੱਲੇ ਇੱਥੇ ਲੱਗੇ ਨੇ, ਪੂਰੀ ਦੁਨੀਆ ਜਾਮ ਲੱਗਦੇ ਆ। ਪਰ ਗੱਲ ਮੈਨੇਜਮੈਂਟ ਦੀ ਹੈ
ਕਿ ਮੈਨੇਜਮੈਂਟ ਕਿਉਂ ਨਹੀਂ ਸਹੀ ਤਰੀਕੇ ਨਾਲ ਹੁੰਦੀ। ਮੈਨੇਜਮੈਂਟ ਸਹੀ ਹੋਵੇ ਇੱਥੇ ਤੇ ਜਾਮ ਨਾ ਲੱਗੇ। ਜਦੋਂ ਤੁਹਾਨੂੰ ਪਤਾ ਹੈ ਕਿ ਇੰਨੀ ਗੱਡੀ ਆਉਂਦੀ ਹੈ ਤਾਂ ਟੋਲ ਤਾਂ ਫਿਕਸ ਹੋ ਜਾਂਦਾ ਹੈ ਕਿ ਇੰਨੇ ਰੁਪਈਆਂ ਦਾ ਅਸੀਂ ਟੋਲ ਲੈਣਾ ਹੈ, ਇੰਨਾ ਮਹਿੰਗਾ ਟੋਲ ਲੈਣਾ ਹੈ। ਤਾਂ ਜਦੋਂ ਇਹੋ ਜਿਹਾ ਕੁਝ ਹੋਣਾ, ਜਦੋਂ ਮੁਰੰਮਤ ਹੋਣੀ ਹੈ ਤਾਂ ਉਹਦਾ ਪਲਾਨ ਏ ਜਾਂ ਪਲਾਨ ਬੀ ਹੋਣਾ ਚਾਹੀਦਾ ਹੈ ਕਿ ਕਿਸ ਤਰੀਕੇ ਨਾਲ ਅੱਗੋਂ ਮੈਨੇਜ ਕਰਨਾ ਹੈ। ਹਾਲਾਂਕਿ ਇੱਕ ਗਨੀਮਤ ਦੀ ਗੱਲ ਇਹ ਹੈ, ਕਿਸਾਨ ਧਰਨੇ ਕਰਕੇ ਅੱਗੇ ਟੋਲ ਪਲਾਜ਼ੇ ਤੇ ਟੋਲ ਨਹੀਂ ਲਿਆ ਜਾ ਰਿਹਾ, ਗੱਡੀਆਂ ਨੂੰ ਐਵੇਂ ਹੀ ਟਪਾਇਆ ਜਾ ਰਿਹਾ। ਤਾਂ ਸੋਚੋ ਜੇ ਉੱਥੇ ਟੋਲ ਲਿਆ ਜਾਂਦਾ ਹੁੰਦਾ ਤਾਂ ਇਹ ਜਿਹੜਾ ਫਲੋਰ ਤੋਂ ਪਿੱਛੇ ਤੱਕ ਹੁਣ ਇਹ ਜਾਮ ਹੋ ਗਿਆ, ਕਿੰਨਾ ਲੰਬਾ ਹੋ ਜਾਣਾ ਸੀ। ਹੁਣ ਗੱਡੀਆਂ ਬਿਨਾਂ ਟੋਲ ਤੋਂ ਟੱਪ ਰਹੀਆਂ ਤਾਂ ਹਲੇ ਫਿਰ ਇਹਦੀ ਸਪੀਡ ਇੰਨੀ ਹੈ, ਤੇ ਜੇ ਗੱਡੀਆਂ ਨੂੰ ਟੋਲ ਦੇਣਾ ਪੈਂਦਾ ਹੁੰਦਾ ਤਾਂ ਉਹਦੀ ਸਪੀਡ ਕੀ ਹੋਣੀ ਸੀਗੀ। ਤਾਂ ਲਗਾਤਾਰ ਜਿੱਥੋਂ ਤੱਕ ਨਜ਼ਰ ਜਾਊਗੀ ਤੁਹਾਡੀ, ਜਿੰਨੀ ਤੁਸੀਂ ਦੇਖ ਸਕਦੇ ਹੋ। ਕਿੱਥੋਂ ਆ ਰਹੇ ਹੋ ਭਾਈ ਸਾਹਿਬ? श्रीनगर तो आ रही ਕਿੰਨੀ ਦੇਰ ਤੋਂ ਫਸੇ ਹੋ? 3 घंटे हो गए जी। 3 ਘੰਟੇ। कच्चा माल भरा हुआ है, ਕੀ ਭਰਿਆ? सेब भरे हुए सेब ना, ਅੱਛਾ, एप्पल भरा हुआ है। ਕਿੱਥੇ ਪਹੁੰਚਾਣਾ है? ये यूपी जाना बिजनौर जी। खराब ना हो जाए। खराब ना हो जाए जी तो जिम्मेवार कौन होगा? उधर भाड़ा नहीं मिलता जी, बिल्कुल ठीक है। किराया काट देते हैं जी। तो ये तस्वीरां लिखा रहे हैं, पर ये भी रंग दिखा देने ਤੁਹਾਨੂੰ ਰੀਝਾਂ ਲਾ ਕੇ। ਤੂੰ ਵੀ ਸਿੱਖ ਮਿੱਤਰਾ, ਨਿਤ ਨਵੇਂ ਤਜਰਬੇ ਸਿਖਾਉਂਦੀ ਜ਼ਿੰਦਗੀ। ਇਹ ਟਰੱਕ ਦੇ ਉੱਤੇ ਲਿਖਿਆ ਤਾਂ ਇਹ ਗੱਲ ਪੱਲੇ ਬੰਨ ਕੇ ਰੱਖ ਸੱਜਣਾ, ਪੈਸੇ ਪਿੱਛੇ ਯਾਰ ਨਹੀਂ ਵਟਾਈ ਦੇ। ਟਰੱਕਾਂ ਦੇ ਪਿੱਛੇ ਲਿਖਿਆ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ, ਇਜਾਜ਼ਤ ਦਿਓ। ਕੈਮਰਾਮੈਨ ਪ੍ਰਵਿੰਦਰ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲਾਡੋਵਾਲ।